ਅੱਛਾ ਜੀ, ਅੱਜ ਜਿਹੜੇ ਟੌਪਿਕ ਤੇ ਗੱਲ ਕਰਾਂਗੇ ਨਾ ਜੀ, ਉਹ ਦੋ ਤਿੰਨ ਚੀਜ਼ਾਂ ਨੇ ਜੀ। ਪਹਿਲੀ ਚੀਜ਼ ਇਹ ਕਿ ਜੋ ਲੋਕਾਂ ਦੇ ਜ਼ਿਹਨ ਵਿੱਚ ਚੱਲ ਰਹੀ ਹੈ ਕਿ ਚੂਜ਼ਾ ਤੁਹਾਡੇ ਕੋਲ ਆਇਆ ਹੈ, ਪਹਿਲਾ ਹਫਤਾ ਤੁਸੀਂ ਜਨਾਬ ਉਹਨੂੰ ਚੰਗਾ ਦੌੜਾਉਣਾ ਹੈ, ਜਿਤਨਾ ਮਤਲਬ ਤੁਸੀਂ ਦੌੜਾ ਸਕਦੇ ਹੋ। ਕੀ ਹੈ ਜੀ ਉਹਦੇ ਯੋਗ ਹੱਲ ਹੋ ਜਾਏ, ਇਹਦੇ ਚ ਕਿਤਨੀ ਕੁ ਹਕੀਕਤ ਹੈ ਜੀ? ਨਹੀਂ, ਜ਼ਿਆਦਾ ਦੌੜਾਉਂਦੇ ਹੋ ਤਾਂ ਚੂਜ਼ਾ ਡੀਹਾਈਡਰੇਟ ਹੋ ਜਾਂਦਾ ਹੈ। ਇੱਕ ਤੇ ਪਹਿਲੇ ਉਹ ਚੂਜ਼ਾ ਸਫਰ ਕਰਕੇ ਆਇਆ ਹੁੰਦਾ, ਤੁਸੀਂ ਬਾਰ-ਬਾਰ ਉਹਨੂੰ ਜ਼ਿਆਦਾ ਦੌੜਾਉਂਦੇ ਹੋ, ਉਹ ਉਹਦੇ ਨਾਲ ਡੀਹਾਈਡਰੇਟ ਹੋ ਜਾਂਦਾ। ਬਿਹਤਰ ਇਹ ਹੈ ਕਿ ਤੁਹਾਡਾ ਮਾਹੌਲ ਅੱਛਾ ਹੋਣਾ ਚਾਹੀਦਾ, ਟੈਂਪਰੇਚਰ ਵੈਂਟੀਲੇਸ਼ਨ ਅੱਛੀ ਹੋਣੀ ਚਾਹੀਦੀ ਤਾਂ ਕਿ ਆਪਣੇ ਆਪ ਹੀ ਮੂਵਮੈਂਟ, ਆਪਣੇ ਆਪ ਸੈਲਫ ਮੂਵਮੈਂਟ ਉਹਨੂੰ ਕਹਿੰਦੇ ਨੇ। ਨਹੀਂ, ਅਸਲ ਚੀਜ਼ ਪਤਾ ਕੀ ਹੈ, ਲੋਕਾਂ ਦੇ ਜ਼ਿਹਨ ਚੱਲ ਰਹੀ ਚੂਜ਼ਾ ਦੌੜਾਉਣਾ ਸਿਰਫ ਇਸ ਲਈ ਹੁੰਦਾ ਹੈ ਕਿ ਯੋਗ ਹੱਲ ਹੋ ਜਾਏ। ਹਾਲਾਂਕਿ ਬੇਸਿਕ ਯੋਗ ਜਿਹੜੀ ਹੈ ਉਹ ਇੱਕ ਮਤਲਬ ਉਹਨੂੰ ਜ਼ਿੰਦਾ ਰਹਿਣ ਵਾਸਤੇ 3 ਦਿਨ ਤੇ ਕੋਈ ਵਿਟਾਮਿਨਸ ਹੁੰਦੇ ਨੇ ਜੋ ਉਹਨੂੰ ਮਤਲਬ ਇਮਿਊਨਿਟੀ ਦਿੰਦੇ ਨੇ ਕਿ 3 ਦਿਨ ਤੱਕ ਬਗੈਰ ਕੁਝ ਖਾਏ ਪੀਏ ਚੂਜ਼ਾ ਜ਼ਿੰਦਾ ਰਹਿ ਸਕੇ। ਬਿਲਕੁਲ, ਇਹ ਤੇ ਉਹਨੂੰ ਜਿਹੜਾ ਨਾ ਕੁਦਰਤੀ ਮੁਦਾਫਤ ਹੁੰਦੀ ਹੈ। ਹਾਂਜੀ, ਜਦੋਂ ਮਾਹੌਲ ਠੀਕ ਹੁੰਦਾ ਹੈ ਉਸ ਤੋਂ ਬਾਅਦ ਉਹ ਚੂਜ਼ਾ ਮੂਵਮੈਂਟ ਕਰਦਾ ਹੈ, ਜਾਂ ਉਹ 3 ਦਿਨ ਬਾਅਦ ਉਹ ਆਪਣੇ ਆਪ ਹੀ ਆਸਤਾ ਜਿਹੜੀ ਯੋਗ ਹੈ ਉਹ ਡਿਜ਼ਾਲਵ ਹੋਣਾ ਸ਼ੁਰੂ ਹੋ ਜਾਂਦਾ ਔਰ ਉਹ ਤਕਰੀਬਨ ਚੀਜ਼ ਖਤਮ ਹੋ ਜਾਂਦੀ, ਉਹ ਟੈਨਸ਼ਨ ਨਹੀਂ ਹੁੰਦੀ। ਯਾਨੀ ਕਿ ਯੋਗ ਦਾ ਦੌੜਾਉਣ ਨਾਲ ਕੋਈ ਤਲਕ ਨਹੀਂ, ਸਿਰਫ ਗੱਲਾਂ ਬਣੀਆਂ ਨੇ। ਦੂਸਰੀ ਚੀਜ਼ ਹੈ ਸਰ ਫਲਸ਼ਿੰਗ। ਹਾਂਜੀ, ਕਿ ਆਂਦੇ ਚੂਜ਼ੇ ਨੂੰ ਲੋਕ ਜਨਾਬ 30,000 ਚੂਜ਼ਾ ਹੈ, 15 ਕਿਲੋ ਚੀਨੀ ਪਾ ਦਿੱਤੀ, ਆਉਂਦੇ ਚੂਜ਼ੇ ਨੂੰ ਫਲਸ਼ਿੰਗ ਦਿਓ ਜੀ, ਲਾਜ਼ਮੀ ਫਲਸ਼ਿੰਗ ਦਿਓ। ਕੀ ਇਹ ਜੀ ਯੋਗ ਹੱਲ ਹੋਏਗੀ? ਇਹਦਾ ਕਿੰਨਾ ਕੁ ਤਲਕ ਹੈ? ਫਲਸ਼ਿੰਗ ਤਾਂ ਜਿਹੜਾ ਹੁੰਦਾ ਨਾ ਜ਼ਰੂਰਤ ਦੇ ਮੁਤਾਬਕ ਦੇਣੀ ਚਾਹੀਦੀ ਹੈ, ਔਰ ਫਲਸ਼ਿੰਗ ਦਾ ਐਡਾ ਕੋਈ ਵੱਡਾ ਇਸ਼ੂ ਨਹੀਂ ਹੈਗਾ ਕਿ ਪਹਿਲੇ ਦਿਨ ਤੁਹਾਡਾ ਲਾਜ਼ਮੀ ਹੀ ਦੇਣੀ ਹੈ। ਉਹ ਤੇ ਵਕਤ ਤੇ ਡਿਪੈਂਡ ਕਰਦਾ ਹੈ। ਅਗਰ ਤੁਹਾਡਾ ਚੂਜ਼ਾ ਆਇਆ ਹੈ, ਉਹ ਸਫਰ ਕਰਕੇ ਆਇਆ, ਫਿਰ ਉਹਨੂੰ ਡੀਹਾਈਡਰੇਟ ਹੋਇਆ ਹੈ, ਜਾਂ ਉਹਨੂੰ ਗਲੂਕੋਜ਼ ਦੇ ਦਿਓ, ORS ਦੇ ਦਿਓ, ਜਾਂ ਚੀਨੀ ਦੀ ਜ਼ਰੂਰਤ ਹੈ ਤੇ ਫਲਸ਼ਿੰਗ ਲਾਜ਼ਮੀ ਦਿਓ, ਕਤਰਾਓ ਨਹੀਂ। ਲੇਕਿਨ ਜ਼ਰੂਰਤ ਨਹੀਂ ਹੈ ਅਦਰਵਾइज ਨਹੀਂ ਤੇ ਫਿਰ ਇਹਤਿਆਤਨ ਫਲਸ਼ਿੰਗ ਜੋ ਕੋਨ ਪਹਿਲੇ ਕਮਜ਼ੋਰ ਕਰੇਗੀ, ਡੀਹਾਈਡਰੇਟ ਚੂਜ਼ਾ ਹੋਏਗਾ, ਦੌੜਾਓਗੇ, ਟੈਂਪਰੇਚਰ ਅਪ ਹੋਏਗਾ, ਬਿਲਕੁਲ ਇਹ ਸਾਰੀ ਖਰਾਬ ਹੋਏਗਾ। ਤੀਸਰੀ ਸਰ ਇੱਕ ਹੋਰ ਚੀਜ਼ ਚੱਲ ਰਹੀ ਹੈ ਜੀ, ਐਂਟੀਬਾਇਓਟਿਕ। ਹਾਂਜੀ, 3 ਦਿਨ ਦਾ ਕੋਰਸ ਹੋ ਗਿਆ ਜੀ ਐਂਟੀਬਾਇਓਟਿਕ ਦਾ ਜੀ, ਪਰ ਕਰੋ 17 ਦਿਨ ਤੇ ਹੋ ਗਿਆ ਜੀ, 10 ਦਿਨਾਂ ਤੇ ਹੋ ਗਿਆ, ਜਾਂ ਆਂਦੇ ਪਾਲੇ 3 ਦਿਨ ਹੋ ਗਿਆ ਜੀ। ਐਂਟੀਬਾਇਓਟਿਕ ਦਾ ਕੋਰਸ ਹੋ ਗਿਆ ਜੀ, ਚੂਜ਼ੇ ਨੂੰ ਨਿੱਛਾਂ ਮਿੱਛਾਂ ਪੈ ਰਹੀਆਂ ਨੇ, ਆਵਾਜ਼ਾਂ ਆ ਰਹੀਆਂ ਨੇ ਜੀ। ਹਾਂਜੀ, 3 ਦਿਨ ਮੈਡੀਸਨ ਚੱਲ ਗਈ ਜੀ, ਲੋ ਜੀ ਸਾਡਾ ਕੋਰਸ ਮੁਕੰਮਲ ਹੋ ਗਿਆ। ਹਾਲਾਂਕਿ ਇਹ ਚੀਜ਼ ਦਾ ਹਕੀਕਤ ਨਾਲ ਕੋਈ ਤਾਲੁਕ ਨਹੀਂ। ਕਾਫੀ ਸਾਰੇ ਡਾਕਟਰ ਹਜ਼ਰਾਤ ਨਾਲ ਮਸ਼ਵਰੇ ਤੋਂ ਬਾਅਦ ਇਹ ਚੀਜ਼ ਸਮਝ ਚਾਹੀਏ। ਅਗਰ ਤੁਹਾਨੂੰ ਬੁਖਾਰ ਹੈ, ਹਾਂਜੀ, ਤੁਸੀਂ ਡਾਕਟਰ ਕੋਲ ਗਏ ਹੋ, ਤੁਹਾਨੂੰ ਡਾਕਟਰ ਨੇ ਕਿਹਾ ਜੀ ਤੁਸੀਂ ਆ ਪੈਨਾਡੋਲ ਗੋਲੀ ਖਾਣੀ, ਬਿਲਕੁਲ ਇਹ ਤੁਸੀਂ 3 ਦਿਨ ਖਾ ਲੈਣੀ। ਹੁਣ ਤੁਸੀਂ 3 ਦਿਨ ਪੈਨਾਡੋਲ ਗੋਲੀ ਖਾਈਏ, ਤੁਹਾਨੂੰ ਟਾਈਫਾਈਡ ਹੈ, ਤੁਹਾਡਾ ਬੁਖਾਰ ਠੀਕ ਨਹੀਂ ਹੋਇਆ, ਲੇਕਿਨ ਤੁਸੀਂ ਕਹੋ ਨਹੀਂ ਕਿਸੇ ਤੱਕ ਕੋਈ 3 ਦਿਨ ਦਾ ਕੋਰਸ ਪੂਰਾ ਕਰ ਲਿਆ। ਨਹੀਂ, ਉਹ ਤੇ ਫਿਰ ਜਿਹੜਾ ਹੈਗਾ ਨਾ, ਅਗਰ ਤੇ ਕੋਈ ਮਸਲਾ ਚੱਲ ਰਿਹਾ ਹੈ, ਐਂਟੀਬਾਇਓਟਿਕ ਦੀ ਜ਼ਰੂਰਤ ਹੈਗੀ ਹੈ, ਤੇ ਉਹਦੇ ਵਿੱਚ ਉਹਨੂੰ ਕਮ ਅਜ਼ ਕਮ 3 ਤੋਂ 5 ਦਿਨ, ਬਲਕਿ 5 ਤੋਂ 7 ਦਿਨ ਦਾ ਵੀ ਅਸਲ ਚੀਜ਼ ਹੈ ਕਿ ਉਹਨੂੰ ਤੁਸੀਂ ਜੋ ਉਹਦੀ ਡਿਜ਼ੀਜ਼ ਹੈ ਨਾ, ਉਹਨੂੰ ਤੁਸੀਂ ਖਤਮ ਕਰਨਾ। ਜਦੋਂ ਤੱਕ ਖਤਮ ਨਹੀਂ ਹੁੰਦੀ ਫਿਰ ਉਹਨੂੰ ਜਿਹੜਾ ਕਲੀਅਰ ਕਰਨਾ, ਉਦੋਂ ਤੱਕ ਐਂਟੀਬਾਇਓਟਿਕ। ਹਾਂਜੀ, ਤੁਸੀਂ ਅਗਰ ਐਂਟੀਬਾਇਓਟਿਕ ਉਹਨੂੰ ਦਿੰਦੇ ਹੋ, 3 ਦਿਨ ਤੋਂ ਬਾਅਦ ਇੱਕ ਜਰ ਬੈਕਟੀਰੀਆ ਜਿਹੜਾ ਉਹ ਥੋੜੀ ਦੇਰ ਵਾਸਤੇ ਉਹ ਸੌਂ ਜਾਏਗਾ, ਥੋੜਾ ਕੁਝ ਮਰ ਜਾਏਗਾ। ਲੇਕਿਨ ਅਗਰ ਜਦੋਂ ਮੁਕੰਮਲ ਖਤਮ ਨਹੀਂ ਹੋਏਗਾ, 3 ਦਿਨ ਮੈਡੀਸਨ ਤੁਸੀਂ ਚਲਾ ਕੇ ਬੰਦ ਕਰ ਦਿੰਦੇ ਹੋ, ਉਸ ਤੋਂ ਬਾਅਦ ਫਿਰ 2 4 5 7 ਦਿਨ ਬਾਅਦ ਦੁਬਾਰਾ ਫਿਰ ਉਹੀ ਬੈਕਟੀਰੀਆ ਸਿਰ ਚੁੱਕ ਲੈਗਾ। ਬਿਲਕੁਲ, ਔਰ ਫਿਰ ਅੱਗੇ ਨਾਲੋਂ ਜ਼ਿਆਦਾ ਤਾਕਤਵਰ ਹੋ ਕੇ ਬੈਕਟੀਰੀਆ ਹਮਲਾ ਕਰੇਗਾ ਔਰ ਜ਼ਿਆਦਾ ਨੁਕਸਾਨ ਕਰੇਗਾ। ਯਾਨੀ ਕਿ ਬਿਮਾਰੀ ਉਹਦੀ ਖਤਮ ਕਰਨੀ। ਜਿਤਨੀ ਦੇਰ ਤੱਕ ਤੁਸੀਂ ਬਿਮਾਰੀ ਉਹਦੀ ਖਤਮ ਨਹੀਂ ਕੀਤੀ, ਤੁਸੀਂ 3 ਦਿਨ ਤੱਕ ਤੁਸੀਂ 5 ਵਾਰੀ ਵੀ ਚਲਾ ਲਓ, ਮਸਲਾ ਠੀਕ ਨਹੀਂ ਹੋਇਆ, ਤੁਹਾਡੇ ਉਸ ਕੋਰਸ ਦਾ ਕੋਈ ਫਾਇਦਾ ਨਹੀਂ।